ਮੂਰਖਾਰੇ ਮਾਨ ਕਰੋ ਤੁਧ ਊਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਵਾਹਿਗੁਰੂ ਸਾਹਿਬ ਜੀਓ ਵਾਰਾਂ ਭਾਈ ਗੁਰਦਾਸ ਜੀ ਕੀਆਂ ਵਾਰ 27ਵੀਂ ਪੌੜੀ ਚੌਥੀ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚਕਵੀ ਸੂਰਜ ਹੇਤ ਹੈ ਬਿਲ ਹੋਨ ਸੁਖਾਲੇ। ਨਿਹੋ ਕਵਲ ਜਲ ਜਾਣੀਐ ਖਿੜ ਮੋਹ ਵਖਾਲੇ ਮੋਰ ਬਬੀਹੇ ਬੋਲਦੇ ਦੇਖ ਬੱਦਲ ਕਾਲੇ। ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਪੀਰ ਮੁਰੀਦਾ ਪਿਰਹੜੀ ਓ ਨਿਭੈ ਨਾਲੇ। ਪੀਰ ਮੁਰੀਦਾ ਪਿਰਹੜੀ ਉਹ ਨਿਭੈ ਨਾਲੇ। ਧਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹੋ ਜੋ ਕਿ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਰੱਬੀ ਬਾਣੀ ਇਲਾਹੀ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪਾਵਨ ਪਵਿੱਤਰ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀਆਂ ਨੇ 27ਵੀਂ ਵਾਰ ਦੀ ਚੌਥੀ ਪੌੜੀ ਦੇ ਪਾਠ ਨੂੰ ਸ਼ਰਵਣ ਕੀਤਾ। ਆਓ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਨੇ ਇਸ ਪੌੜੀ ਦੇ ਅੰਦਰ ਕੁਦਰਤ ਦੇ ਵਿੱਚੋਂ ਕੁਝ ਜੀਵਾਂ ਦੀ ਜੋ ਆਪਣੇ ਆਪਣੇ ਪਿਆਰੇ ਨਾਲ ਜੋ ਪ੍ਰੀਤ ਹੈ ਉਹਦਾ ਜ਼ਿਕਰ ਕਰਕੇ ਸੱਚੀ ਪ੍ਰੀਤ ਗੁਰਸਿੱਖਾਂ ਦੀ ਰੱਬ ਦੇ ਪਿਆਰਿਆਂ ਦੀ ਉਹਦਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਜੀ ਉਦਾਹਰਨਾਂ ਦੇ ਰਹੇ ਨੇ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਵੀ ਚਕੋਰ ਦੀ ਪ੍ਰੀਤ ਚੰਦਰਮਾ ਦੇ ਨਾਲ ਹੈ ਕਿਉਂਕਿ ਚਕੋਰ ਦਾ ਜਿਹੜਾ ਪਤੀ ਹੈ, ਇੱਕ ਚਕਵਾ ਤੇ ਚਕਵੀ ਦਾ ਜ਼ਿਕਰ ਤੁਸੀਂ ਪੜ੍ਹਿਆ ਹੋਵੇਗਾ, ਇੱਕ ਚਕੋਰ ਤੇ ਉਹਦਾ ਪਤੀ, ਇਹਨਾਂ ਦਾ ਜ਼ਿਕਰ ਤੁਸੀਂ ਪੜ੍ਹਿਆ ਹੋਵੇਗਾ। ਦੋਵੇਂ ਮੇਲ ਫੀਮੇਲ। ਚਕਵੇ ਅਤੇ ਚਕਵੀ ਦਾ ਵਿਛੋੜਾ ਰਾਤ ਨੂੰ ਹੁੰਦਾ ਹੈ ਤੇ ਦਿਨੇ ਜਦੋਂ ਸੂਰਜ ਨਿਕਲਦਾ ਹੈ ਤੇ ਉਦੋਂ ਦੋਵੇਂ ਆਪਸ ਵਿੱਚ ਮਿਲ ਪੈਂਦੇ ਨੇ। ਆਪਾਂ ਬਾਣੀ ਵਿੱਚੋਂ ਵੀ ਪੜ੍ਹਦੇ ਹਾਂ
ਵੀ ਚੱਕੀ ਜੋ ਨਿਸ ਬੀਸਰੈ ਜਾਏ ਮਿਲੈ ਪ੍ਰਭਾਤ। ਵੀ ਚੱਕਵੀ ਤੇ ਚੱਕਵੇ ਦਾ ਜਦੋਂ ਵਿਛੋੜਾ ਰਾਤ ਪੈਣ ਦੇ ਹੁੰਦਾ ਹੈ, ਜਦੋਂ ਸੂਰਜ ਦੀ ਟਿੱਕੀ ਨਿਕਲ ਆਉਂਦੀ ਹੈ, ਆਪਣੇ ਆਪ ਹੀ ਦੋਵਾਂ ਦਾ ਮੇਲ ਹੋ ਜਾਂਦਾ ਹੈ। ਇੱਕ ਰਾਤ ਦਾ ਫਾਸਲਾ ਹੈ, ਪਰ ਉਹ ਇੱਕ ਰਾਤ ਬੜੀ ਔਖੀ ਗੁਜ਼ਾਰਦੀ ਹੈ ਚੱਕਵੀ। ਸੂਰਜ ਨੂੰ ਨਿਹਾਰਦੀ ਹੈ, ਉਹਦੀ ਉਡੀਕ ਵਿੱਚ ਸਾਰੀ ਰਾਤ ਕੱਟਦੀ, ਕਦੋਂ ਸੂਰਜ ਨਿਕਲੇ ਤੇ ਕਦੋਂ ਮੈਂ ਆਪਣੇ ਪਿਆਰੇ ਆਪਣੇ ਪਤੀ ਨਾਲ ਮੈਂ ਮਿਲਾਪ ਕਰਾਂ। ਬਾਬਾ ਜੀ ਕਹਿੰਦੇ ਵੀ ਉਹਦੇ ਵਿੱਚ ਖਿੱਚ ਸੀ ਆਪਣੇ ਪਤੀ ਨੂੰ ਮਿਲਣ ਦੀ, ਤੇ ਸੂਰਜ ਉਹਦੇ ਵਿੱਚ ਸਹਾਇਕ ਹੋਇਆ। ਸੂਰਜ ਨਿਕਲਿਆ, ਦਿਨ ਚੜ੍ਹਿਆ ਤੇ ਦੋਵੇਂ ਮਿਲ ਗਏ। ਐ ਬੰਦੇ, ਤੂੰ ਰੱਬ ਜੀ ਦੇ ਨਾਲੋਂ ਪਤਾ ਨਹੀਂ ਕਿੰਨਿਆਂ ਜਨਮਾਂ ਤੋਂ ਵਿਛੜਿਆ। ਚੱਕੀ ਜੋ ਨਿਸ ਬੀਸਰੈ ਜਾਏ ਮਿਲੇ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਜਿਹੜੇ ਇਸ ਮਨੁੱਖੀ ਜਾਮੇ ਨੂੰ ਪ੍ਰਾਪਤ ਕਰਕੇ ਇਹਦੇ ਵਿੱਚੋਂ ਪ੍ਰਭੂ ਤੋਂ ਵਿਛੜ ਗਏ, ਉਹਨਾਂ ਦੀ ਇੱਕ ਰਾਤ ਦਿਨ ਦਾ ਵਿਛੋੜਾ ਨਹੀਂ, ਇੱਕ ਸਾਲ 2 ਸਾਲ ਦਾ ਵਿਛੋੜਾ ਨਹੀਂ, ਕਈ ਜਨਮਾਂ ਦਾ ਵਿਛੋੜਾ ਹੈ। ਤਾਂ ਹੀ ਤੇ ਤਰਲਾ ਲਿਆ ਬਾਬਾ ਰਵਿਦਾਸ ਜੀ ਨੇ, ਬਹੁਤ ਜਨਮ ਵਿਛੁਰੇ ਥੇ ਮਾਧੋ। ਉਸ ਵਿਛੋੜੇ ਦਾ ਕਾਰਨ ਕੀ ਸੀ? ਵੀ ਹਰ ਵਾਰ ਮੈਨੂੰ ਜਨਮ ਮਿਲਿਆ, ਮੈਂ ਆਪਣੀ ਪ੍ਰੀਤ ਦਾ ਕੇਂਦਰ ਬਿੰਦੂ ਸੰਸਾਰ ਨੂੰ ਬਣਾਇਆ, ਸੰਸਾਰ ਦੇ ਲੇਖੇ ਜੀਵਨ ਲਾਇਆ। ਸੰਸਾਰ ਦੇ ਲੇਖੇ ਜੀਵਨ ਲਾਉਣ ਵਾਲਾ ਬੰਦਾ ਸੰਸਾਰ ਵਿੱਚ ਹੀ ਰਹਿੰਦਾ ਹੈ। ਸੰਸਾਰ ਦੇ ਵਿੱਚੋਂ ਬੰਦ ਖਲਾਸੀ, ਜੋਨੀਆਂ ਦੇ ਵਿੱਚੋਂ, ਸਰੀਰਾਂ ਦੇ ਵਿੱਚੋਂ ਉਹ ਨਹੀਂ ਨਿਕਲਦਾ, ਮੁਕਤ ਨਹੀਂ ਹੁੰਦਾ। ਕਿਉਂਕਿ ਜਿਹਦੀ ਪ੍ਰਭੂ ਨਾਲ ਪ੍ਰੀਤ ਹੈ, ਉਹੀ ਪ੍ਰਭੂ ਵਿੱਚ ਅਭੇਦ ਹੋਏਗਾ ਨਾ, ਸੰਸਾਰ ਤੋਂ ਉੱਪਰ ਉੱਠ ਕੇ ਨਿਰੰਕਾਰ ਦੇ ਦੇਸ਼ ਜਾਏਗਾ ਨਾ। ਹੁਣ ਜਿਹਦੀ ਸੁਰਤੀ ਬਿਰਤੀ ਸੰਸਾਰ ਦੇ ਵਿੱਚ ਹੈ, ਮੈਂ ਤੇ ਇੱਥੋਂ ਤੱਕ ਇਸ ਗੱਲ ਨੂੰ ਕਹਿਣਾ ਹਾਂ, ਮੇਰਾ ਜਿੱਥੋਂ ਤੱਕ ਅਨੁਭਵ ਹੈ, ਵੀ ਅਸੀਂ ਪਿਛਲੇ 1-2 ਜਨਮਾਂ ਦੇ ਨਹੀਂ ਵਿਛੜੇ। ਜਦੋਂ ਦਾ ਸੰਸਾਰ ਮਾਲਕ ਨੇ ਆਪਣੇ ਹੁਕਮ ਦੇ ਵਿੱਚ ਬਣਾਇਆ, ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਉਦੋਂ ਦੇ ਮਾਲਕ ਦੇ ਨਾਲੋਂ ਅਸੀਂ ਵਿਛੜੇ ਹਾਂ। ਕਈ ਵਾਰੀ ਮਨੁੱਖੀ ਜਾਮਾ ਮਿਲਿਆ ਹੋਵੇਗਾ, ਕਈ ਵਾਰੀ ਟੇਢੀਆਂ ਮੇਢੀਆਂ ਜੂਨਾਂ ਸਰੀਰਾਂ ਦੇ ਵਿੱਚੋਂ ਦੀ ਆਪਾਂ ਲੰਘੇ ਹੋਵਾਂਗੇ, ਪਰ ਅੱਜ ਤੱਕ ਸਾਡਾ ਉਸ ਰੱਬ ਜੀ ਦੇ ਨਾਲ ਪੂਰਨ ਮਿਲਾਪ ਨਹੀਂ ਹੋ ਸਕਿਆ, ਕਿਉਂਕਿ ਸੰਸਾਰ ਦੇ ਲੇਖੇ ਜੀਵਨ ਲਾਉਂਦੇ ਰਹੇ। ਤੇ ਭਗਤ ਰਵਿਦਾਸ ਜੀ ਕਹਿੰਦੇ, ਬਹੁਤ ਜਨਮ ਵਿਛੁਰੇ ਥੇ ਮਾਧੋ, ਬੜੇ ਜਨਮਾਂ ਤੋਂ ਮੈਂ ਵਿਛੜਿਆ ਰਿਹਾ ਵਾਂ। ਉਹਦਾ ਮੇਨ ਕਾਰਨ ਸੀ ਸੰਸਾਰ ਦੇ ਲੇਖੇ ਜੀਵਨ ਲਾਇਆ। ਤੇ ਕਹਿੰਦੇ ਨੇ, ਇਹ ਜਨਮ ਤੁਮਾਰੇ ਲੇਖੇ, ਪਰ ਹੁਣ ਜਿਹੜਾ ਜਨਮ ਮੈਨੂੰ ਮਿਲਿਆ ਹੈ, ਇਹ ਮੈਂ ਸੰਸਾਰ ਦੇ ਲੇਖੇ ਨਹੀਂ, ਇਹ ਪਰਿਵਾਰ ਦੇ ਲੇਖੇ ਨਹੀਂ। ਠੀਕ ਹੈ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬਹੁਤ ਸੋਹਣੇ ਢੰਗ ਨਾਲ ਨਿਭਾਈਆਂ ਨੇ, ਭੱਜੇ ਨਹੀਂ, ਪਰਿਵਾਰ ਤੋਂ ਭਗੌੜੇ ਨਹੀਂ ਹੋਏ ਜੋਗੀਆਂ ਦੀ ਤਰ੍ਹਾਂ, ਪਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੇ ਮਨੋਰਥ ਨੂੰ ਚੇਤੇ ਕਰਕੇ, ਆਪਣਾ ਜੋ ਨਿਸ਼ਾਨਾ ਸੀ ਪ੍ਰਭੂ ਬਿਲਾਤ ਦਾ, ਉਹਨੂੰ ਸਾਹਮਣੇ ਰੱਖ ਕੇ ਪਰਮਾਤਮਾ ਵੱਲ ਤੁਰੇ ਨੇ ਤੇ ਰੱਬ ਜੀ ਦਾ ਰੂਪ ਹੋਏ ਨੇ। ਤੇ ਇਹ ਤੜਫ ਸੀ ਉਹਨਾਂ ਦੇ ਅੰਦਰ। ਤੇ ਆਪਾਂ ਆਪਣੇ ਆਪ ਦੇ ਵਿੱਚ ਵੀ ਪੜਚੋਲ ਕਰਕੇ ਵੇਖੀ ਵੀ ਸਾਡਾ ਜੀਵਨ ਸੰਸਾਰ ਦੇ ਲੇਖੇ ਲੱਗ ਰਿਹਾ ਜਾਂ ਨਿਰੰਕਾਰ ਦੇ ਲੇਖੇ ਲੱਗ ਰਿਹਾ। ਜੇ ਖਾਣ ਪੀਣ ਭੋਗ ਰਸ ਨਿੰਦਿਆ ਚੁਗਲੀ ਠੱਗੀ ਬੇਈਮਾਨੀ, ਇੱਥੋਂ ਤੱਕ ਸੁਰਤ ਸਾਡੀ ਚੱਲ ਰਹੀ ਹੈ ਤੇ ਸੰਸਾਰ ਦੇ ਲੇਖੇ, ਇਹਦੇ ਵਿੱਚ ਕੋਈ ਦੁਰਾਏ ਨਹੀਂ। ਜੇ ਮਨੁੱਖ ਪਰਿਵਾਰ ਨੂੰ ਪਾਲਦਾ ਹੋਇਆ, ਰੱਬ ਦੇ ਭੈ ਵਿੱਚ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹੋਇਆ, ਗੁਰੂ ਨਾਲ ਪ੍ਰੀਤ ਪਾਉਂਦਾ ਹੋਇਆ, ਬਾਬਾ ਬੁੱਢਾ ਜੀ ਨੇ ਆਖਿਆ ਸੀ, ਗੁਰੂ ਹਰਗੋਬਿੰਦ ਮਹਾਰਾਜ ਜੀ, ਪਹਿਲੇ ਜਾਮੇ ਤੋਂ ਲੈ ਕਰਕੇ ਹੁਣ ਤੱਕ ਇਹਨਾਂ ਅੱਖਾਂ ਨੇ ਕਿਸੇ ਨੂੰ, ਕਹਿੰਦੇ ਨੇ, ਟਿਕਾਇਆ ਨਹੀਂ, ਕੇਵਲ ਤੇਰੇ ਦਰਸ਼ਨਾਂ ਦੀ ਤਾਂਗ ਰੱਖੀ ਹੈ। ਮੈਂ ਚਾਹੁੰਦਾ ਵਾਂ ਮਰਦੇ ਦਮ ਤੱਕ ਅਖੀਰ ਵੇਲੇ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਤੂੰ ਹੋਵੇਂ। ਇਹ ਹੈ ਪ੍ਰੀਤ।
ਇਨ੍ਹਾਂ ਕੰਨਾਂ ਨੇ ਪਹਿਲੇ ਜਾਮੇ ਤੋਂ ਲੈ ਕਰਕੇ ਹੁਣ ਤੱਕ ਤੇਰੇ ਕੀਮਤੀ ਬੋਲ ਸੁਣੇ ਨੇ। ਮੈਂ ਚਾਹੁੰਦਾ ਵਾਂ ਮੇਰਾ ਅੰਤ ਸਮਾਂ ਹੋਵੇ, ਅਖੀਰ ਦੇ ਵਿੱਚ ਵੀ ਮੈਂ ਸੰਸਾਰ ਦੇ ਵਿੱਚੋਂ ਜਦੋਂ ਜਾਵਾਂ ਮੇਰੇ ਕੰਨਾਂ ਵਿੱਚ ਤੇਰੇ ਬੋਲ ਪੈਣ। ਇਸ ਹਿਰਦੇ ਵਿੱਚ ਨਾ ਮੈਂ ਸੰਸਾਰ ਦੀ ਯਾਦ ਨੂੰ ਵਿੱਚ ਵਸਣ ਦਿੱਤਾ, ਨਾ ਮੈਂ ਪਰਿਵਾਰ ਦੀ ਯਾਦ ਨੂੰ, ਮੋਹ ਨੂੰ ਵਸਣ ਦਿੱਤਾ, ਪੁੱਤਰਾਂ ਧੀਆਂ ਦੀ ਯਾਦ ਨੂੰ ਮੈਂ ਹਿਰਦੇ ਵਿੱਚ ਨਹੀਂ ਵਸਣ ਦਿੱਤਾ। ਮੈਂ ਕੇਵਲ ਗੁਰੂ ਨਾਨਕ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ। ਮੈਂ ਚਾਹੁੰਦਾ ਵਾਂ ਮੈਂ ਯਾਦਾਂ ਵਿੱਚ ਜੁੜਿਆ ਹੋਇਆ, ਪ੍ਰਭੂ ਦੇ ਗੁਣ ਗਾਉਂਦਾ ਹੋਇਆ, ਆਪਣੇ ਗੁਰੂ ਦੇ ਬਚਨਾਂ ਨੂੰ ਸੁਣਦਾ ਹੋਇਆ ਸੰਸਾਰ ਵਿੱਚੋਂ ਜਾਵਾਂ ਤੇ ਉਸ ਬ੍ਰਹਮ ਗਿਆਨੀ, ਉਸ ਬਾਬਾ ਬੁੱਢਾ ਜੀ ਦਾ ਅੰਤਲਾ ਸਮਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਉਹਨਾਂ ਦੇ ਕੋਲ ਨੇ ਤੇ ਅੱਖਾਂ ਨਾਲ ਦਰਸ਼ਨ ਵੀ ਹੋ ਰਹੇ ਨੇ, ਕੰਨਾਂ ਨਾਲ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬਚਨ ਵੀ ਸੁਣੇ ਜਾ ਰਹੇ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਉਹ ਆਪਣਾ ਜਨਮ ਸਵਾਰ ਕੇ ਗਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਕਿਉਂਕਿ 11 ਸਾਲਾਂ ਤੋਂ ਹੀ ਆਪਣਾ ਜੀਵਨ ਗੁਰੂ ਦੇ ਲੇਖੇ ਲਾਇਆ ਸੀ। ਤੇ ਭਗਤ ਜੀ ਕਹਿੰਦੇ ਆ ਵੀ ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹੇ ਰਵਿਦਾਸ ਆਸ ਲੱਗ ਜੀਵੋ। ਘੱਟੋ ਘੱਟ ਪ੍ਰਭੂ ਨੂੰ ਮਿਲਣ ਦੀ ਆਸ ਤੇ ਅੰਦਰ ਪੈਦਾ ਕਰੀਏ, ਜੇ ਤੇ ਆਸ ਹੀ ਨਹੀਂ ਸਾਡੇ ਅੰਦਰ ਜਾਗੀ। ਸਾਡੇ ਅੰਦਰ ਆਸ ਹੈ ਦੁਨਿਆਵੀ ਚੀਜ਼ਾਂ ਦੀ, ਪਦਾਰਥਾਂ ਦੀ, ਦੁਨਿਆਵੀ ਸੁੱਖ ਸਹੂਲਤਾਂ ਦੀ, ਪਦਵੀਆਂ ਦੀ। ਮਾਲਕ ਦੇ ਪ੍ਰਤੀ ਆਸ ਜਿੱਦਣ ਪੈਦਾ ਹੋ ਗਈ ਨਾ, ਜਿੱਦਣ ਚੇਟਕ ਲੱਗ ਗਈ, ਫਿਰ ਅੰਮ੍ਰਿਤ ਵੇਲਾ ਨਹੀਂ ਖੁੰਝਾਓਗੇ। ਫਿਰ ਗੁਰੂ ਦੇ ਦਰ ਤੇ ਆਉਣਾ, ਸੰਗਤ ਕਰਨਾ ਇਹ ਨਹੀਂ ਭੁੱਲੋਗੇ। ਫਿਰ ਗੁਰੂ ਕੀ ਬਾਣੀ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ, ਗੁਰੂ ਕੇ ਬਚਨਾਂ ਨੂੰ ਕਮਾਉਣਾ ਨਹੀਂ ਭੁੱਲੋਗੇ। ਕਿਉਂਕਿ ਪ੍ਰੀਤ ਵੱਜ ਗਈ, ਆਸ ਵੱਜ ਗਈ ਵੀ ਮੇਰੇ ਗੁਰੂ ਨੇ, ਮੇਰੇ ਪ੍ਰਭੂ ਨਾਲ। ਇਹ ਪ੍ਰੀਤ ਦੀਆਂ ਕੁਝ ਮਿਸਾਲਾਂ ਨੇ। ਤੇ ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚੋਂ ਭਗਤ ਜੀ ਕਹਿ ਰਹੇ ਨੇ, ਜੋ ਨਰ ਵਿਛੜੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਉਹਨਾਂ ਦਿਨੇ ਮਿਲਦੇ ਨੇ ਨਾ ਰਾਤ, ਕਈ ਜਨਮ ਬੀਤ ਜਾਂਦੇ ਨੇ। ਫਿਰ ਹੁੰਦਾ ਕੀ ਹੈ? ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਗੇੜ ਚੱਲਦਾ ਹੈ। ਤੇ ਚੱਕਵੀ ਤੇ ਚੱਕਵਾ ਦਿਨੇ ਮਿਲਦੇ ਨੇ, ਤੇ ਚੰਦ ਤੇ ਉਹਦਾ ਪਤੀ ਫਮੇਲ ਮੇਲ, ਉਹ ਸਵੇਰੇ ਕਰਕੇ ਉਹਨਾਂ ਦਾ ਵਿਛੋੜਾ ਆਉਂਦਾ। ਉਹਦੀ ਪ੍ਰੀਤ ਜਿਹੜੀ ਹੈ ਚੰਦਰਮਾ ਦੇ ਨਾਲ, ਕਿਉਂਕਿ ਚੰਦਰਮਾ ਰਾਤ ਨੂੰ ਚੜ੍ਹਦਾ। ਚੱਕਵੀ ਸੂਰਜ ਦੀ ਉਡੀਕ ਕਰਦੀ ਹੈ ਵੀ ਸਵੇਰੇ ਸੂਰਜ ਨਿਕਲੇਗਾ, ਮੇਰੇ ਪਤੀ ਨਾਲ ਮੇਰਾ ਮਿਲਾਪ ਹੋ ਜਾਣਾ ਹੈ। ਤੇ ਜਿਹੜੀ ਚਕੋਰ ਹੈ ਉਹ ਚੰਦਰਮਾ ਦੀ ਉਡੀਕ ਕਰਦੀ, ਕਿਉਂਕਿ ਉਹਨਾਂ ਦਾ ਵਿਛੋੜਾ ਦਿਨ ਕਰਕੇ ਹੁੰਦਾ ਹੈ। ਇੱਕ ਦੂਜੇ ਦੇ ਪੂਜਨ ਨੇ ਦੋਵੇਂ, ਦੋਵਾਂ ਦੀ ਪ੍ਰੀਤ, ਇੱਕ ਦੀ ਚੰਦਰਮਾ ਨਾਲ ਪ੍ਰੀਤ ਹੈ, ਇੱਕ ਦੀ ਸੂਰਜ ਨਾਲ ਪ੍ਰੀਤ ਹੈ ਤੇ ਦੋਵੇਂ ਪ੍ਰਕਾਸ਼ ਦੇਣ ਵਾਲੇ। ਤੇ ਇੱਥੇ ਚਕੋਰ ਦੀ ਉਦਾਹਰਣਾ ਕੀਤੀ, ਕਹਿੰਦੇ ਚਕੋਰ ਦੀ ਪ੍ਰੀਤ ਚੰਦਰਮਾ ਦੇ ਨਾਲ ਹੈ। ਤਾੜੀ ਲਾ ਕੇ ਚੰਦ ਵੱਲ ਤੱਕਦਾ ਰਹਿੰਦਾ ਹੈ, ਆਪਣੀ ਅੱਖ ਵੀ ਨਹੀਂ ਚਮਕਦਾ, ਇੰਨੀ ਪ੍ਰੀਤ ਹੈ, ਇੰਨੀ ਲਗਨ ਹੈ ਵੀ ਚੰਦਰਮਾ ਸ਼ਾਮਾਂ ਪੈਣਗੀਆਂ ਨਿਕਲੇਗਾ ਤੇ ਨਾਲ ਹੀ ਮੇਰਾ ਪਤੀ ਮੇਰੇ ਕੋਲ ਆ ਜਾਏਗਾ, ਮਿਲਾਪ ਹੋ ਜਾਏਗਾ। ਰਾਤ ਦੀ ਚੰਦਰਮਾ ਦੀ ਰੋਸ਼ਨੀ ਵਿੱਚ ਅਸੀਂ ਦੋਵੇਂ ਮਿਲਾਂਗੇ। ਫਿਰ ਅੱਗੇ ਕਹਿੰਦੇ ਨੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ। ਚੱਕਵੀ ਦਾ ਸੂਰਜ ਨਾਲ ਪਿਆਰ ਮੈਂ ਉਦਾਹਰਣਾ ਦੇ ਦਿੱਤੀ ਹੈ। ਜਦੋਂ ਸਵੇਰੇ ਸੂਰਜ ਚੜ੍ਹਦਾ, ਸੂਰਜ ਸਹਾਇਕ ਹੈ ਚੱਕਵੀ ਤੇ ਚੱਕਵੇ ਨੂੰ ਮਿਲਾਉਣ ਵਿੱਚ, ਤੇ ਸਿੱਖ ਨੂੰ, ਜਗਿਆਸੂ ਨੂੰ ਪ੍ਰਭੂ ਨਾਲ ਮਿਲਾਉਣ ਵਿੱਚ ਕੌਣ ਸਹਾਇਕ ਹੈ ਜੀ? ਹਾਂਜੀ, ਗੁਰੂ। ਗੁਰੂ ਨੂੰ ਵੀ ਗਿਆਨ ਦਾ ਸੂਰਜ, ਪ੍ਰਕਾਸ਼ ਦਾ ਸੋਮਾ ਮੰਨਿਆ ਗਿਆ। ਹੋ ਸਕਦਾ ਹੈ ਹਜ਼ਾਰਾਂ ਸੂਰਜ ਚੜ੍ਹ ਜਾਣ, ਬਾਹਰੋਂ ਪ੍ਰਕਾਸ਼ ਹੋ ਜਾਏ, ਪਰ ਮਨੁੱਖ ਦੇ ਅੰਦਰ ਦਾ ਅੰਧੇਰਾ ਬਾਹਰ ਦੇ ਸੂਰਜ ਨਹੀਂ ਖਤਮ ਕਰ ਸਕਦੇ। ਪਰ ਗੁਰੂ ਜਦੋਂ ਗਿਆਨ ਦਾ ਸੂਰਜ ਗੁਰੂ ਰੂਪੀ ਅੰਦਰ ਚੜ੍ਹਦਾ ਹੈ, ਜਨਮਾਂ ਜਨਮਾਂਤਰਾਂ ਦਾ ਅੰਧੇਰਾ ਮਿਟ ਜਾਂਦਾ ਹੈ। ਤਾਂ ਹੀ ਤੇ ਆਖਿਆ ਬਲਿਹਾਰੀ ਗੁਰੇ ਆਪਣੇ
ਦਿਵਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ, ਜੇ 100 ਚੰਦਾ ਉਗਵੈ, ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹਨਾਂ ਚਾਨਣ ਹੋਣ ਦੇ ਬਾਵਜੂਦ ਵੀ ਅੰਦਰ ਅੰਧੇਰਾ ਹੀ ਅੰਧੇਰਾ ਹੈ। ਜਿਵੇਂ ਚੱਕਵੀ ਤੇ ਚੱਕਵੇ ਨੂੰ ਮਿਲਾਉਣ ਵਿੱਚ ਸੂਰਜ ਸਹਾਇਕ ਹੈ, ਇਵੇਂ ਗੁਰੂ ਸਿੱਖ ਨੂੰ ਪ੍ਰਭੂ ਨਾਲ ਮਿਲਾਉਣ ਵਿੱਚ ਸਹਾਇਕ ਹੈ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਟ ਵਿਛੁੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਹਰ ਨਾਮ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਸ ਗੁਰੂ ਕੋਲ ਤੁਸੀਂ ਬੈਠੇ ਹੋ, ਇਹ ਗੁਰੂ ਤੁਹਾਨੂੰ ਪਰਮੇਸ਼ਰ ਨਾਲ ਜੋੜਨ ਵਾਲਾ ਹੈ, ਪਰਮੇਸ਼ਰ ਵਿੱਚ ਅਭੇਦ ਕਰਵਾਉਣ ਵਾਲਾ। ਕਿਤੇ ਸਾਡੀ ਪ੍ਰੀਤ ਚੱਕਵੀ ਵਾਂਗੂ ਜਿਵੇਂ ਸੂਰਜ ਨਾਲ ਉਹਦੀ ਪ੍ਰੀਤ ਹੈ ਨਾ, ਇਵੇਂ ਗੁਰੂ ਨਾਲ ਕਿਤੇ ਪ੍ਰੀਤ ਬਣ ਜਾਏ, ਕਿਤੇ ਕਾਇਮ ਹੋ ਜਾਏ ਅੰਦਰੋਂ, ਤਾਂ ਗੱਲ ਬਣੇਗੀ। ਕਹਿੰਦੇ ਚੱਕਵੀ ਸੂਰਜ ਹੇਤ ਹੈ, ਮਿਲ ਹੋ ਨ ਸੁਖਾਲੇ, ਨੇਉ ਕਵਲ ਜਲ ਜਾਣੀਏ, ਖਿੜ ਮੋਹ ਵਖਾਲੇ। ਹੁਣ ਕਮਲ ਦਾ ਪਿਆਰ ਜਲ ਦੇ ਨਾਲ, ਜਿਸ ਜਲ ਵਿੱਚ ਉਹ ਉੱਗਦਾ ਹੈ, ਜਲ ਉਹਦਾ ਜੀਵਨ ਹੈ। ਜਲ ਉਹਨੂੰ ਬੜੇ ਥਫੇੜੇ ਵੀ ਮਾਰਦਾ ਹੈ, ਲਹਿਰਾਂ ਉਹਨੂੰ ਉਲਟਾ ਉਲਟਾ ਕੇ ਕਦੀ ਇੱਧਰ ਕਦੀ ਸੱਜੇ ਕਦੀ ਖੱਬੇ ਸੁੱਟਦੀਆਂ ਨੇ, ਪਰ ਜਲ ਨੂੰ ਛੱਡ ਕੇ ਨਹੀਂ ਜਾਂਦਾ, ਕਿਉਂਕਿ ਜਲ ਹੀ ਉਹਦਾ ਜੀਵਨ ਹੈ। ਤੇ ਉਹ ਜਲ ਨਾਲ ਜਿਹੋ ਜੀ ਪ੍ਰੀਤ ਕਮਲ ਦੇ ਫੁੱਲ ਦੀ ਹੈ, ਕਹਿੰਦੇ ਨੇ ਤੇਰੀ ਪ੍ਰੀਤ ਤੇਰੇ ਗੁਰੂ ਨਾਲ ਹੋਣੀ ਚਾਹੀਦੀ ਹੈ, ਪ੍ਰਭੂ ਨਾਲ ਹੋਣੀ ਚਾਹੀਦੀ ਹੈ। ਗੁਰੂ ਦੇ ਮਾਰਗ ਦੇ ਤਰਦਿਆਂ ਚੱਲਦਿਆਂ ਜਿੰਨੇ ਮਰਜ਼ੀ ਥਪੇੜੇ ਦੁੱਖਾਂ ਦੇ ਸਹਿਣ ਕਰਨੇ ਪੈਣ, ਮੁਸੀਬਤਾਂ ਸਹਿਣ ਕਰਨੀਆਂ ਪੈਣ, ਕਮਲ ਦੇ ਫੁੱਲ ਵਾਂਗੂ ਅਡੋਲ ਰਹਿ, ਪ੍ਰੀਤ ਗੁਰੂ ਨਾਲ ਇਹੋ ਜੀ ਭਰਾ। ਫਿਰ ਅੱਗੇ ਕਹਿੰਦੇ ਆ ਜੀ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਜਿਹੜੇ ਮੋਰ ਨੇ ਤੇ ਬਬੀਏ ਨੇ, ਇਹਨਾਂ ਦੀ ਬੱਦਲ ਨਾਲ ਬੜੀ ਪ੍ਰੀਤ ਹੈ, ਕਿਉਂਕਿ ਜਦੋਂ ਮੀਂਹ ਵਰਸਦਾ ਹੈ, ਮੋਲ ਵੀ ਆਪਣੇ ਪੂਰੇ ਜੋਬਨ ਪੂਰੇ ਰੰਗ ਵਿੱਚ ਆਉਂਦਾ ਹੈ ਤੇ ਬੜਾ ਸੋਹਣਾ ਨਾਚ ਕਰਦਾ ਹੈ। ਤੇ ਜਿਹੜਾ ਪਪੀਹਾ ਹੈ, ਉਹਨੂੰ ਤੇ ਸਵਾਂਤੀ ਬੂੰਦ ਪ੍ਰਾਪਤ ਹੋਣੀ ਹੈ, ਉਹਦੀ ਪਿਆਸ ਸਵਾਂਤੀ ਬੂੰਦ ਦੇ ਰਾਹੀਂ ਮਿਟਣੀ ਹੈ, ਤੇ ਬੱਦਲ ਦੀਆਂ ਬੂੰਦਾਂ ਸਵਾਤੀ ਬੂੰਦਾਂ ਜਦੋਂ ਉਹਦੇ ਮੁਖ ਵਿੱਚ ਪੈਣਗੀਆਂ, ਉਦੋਂ ਉਹਦੀ ਪਿਆਸ ਦੂਰ ਹੋਵੇਗੀ, ਉਹਨਾਂ ਚਿਰ ਉਹ ਕੂਕਦਾ ਰਹਿੰਦਾ, ਉਹਦੀ ਵੀ ਬੱਦਲ ਨਾਲ ਪ੍ਰੀਤ ਹੈ। ਆਪਾਂ ਭਗਤ ਰਵਿਦਾਸ ਜੀ ਦਾ ਪਾਵਨ ਸ਼ਬਦ ਪੜ੍ਹਦੇ ਹਾਂ ਨਾ, ਜੋ ਤੁਮ ਗਿਰਵਰ ਤੋ ਹਮ ਮੋਰਾ, ਤੋ ਜੋ ਤੁਮ ਚੰਦ ਤੋ ਪੈ ਹਮ ਪੈ ਹੈ ਚਕੋਰਾ। ਕਹਿੰਦੇ ਜਿਹੋ ਜੀ ਮੋਰ ਦੀ ਪ੍ਰੀਤ ਬੱਦਲ ਨਾਲ ਹੈ, ਜਿਹੋ ਜੀ ਚਕੋਰ ਦੀ ਪ੍ਰੀਤ ਚੰਦ ਨਾਲ ਹੈ, ਐਸੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਹੋ ਜੀ ਮੇਰੀ ਸੱਚੀ ਪ੍ਰੀਤ ਤੇਰੇ ਨਾਲ ਹੈ, ਇਹ ਭਗਤ ਰਵਿਦਾਸ ਜੀ ਕਹਿ ਰਹੇ ਨੇ। ਕਿਉਂਕਿ ਪ੍ਰੀਤ ਦੇ ਸਦਕਾ ਹੀ ਰੱਬ ਤੱਕ ਅਸੀਂ ਪਹੁੰਚ ਸਕਦੇ ਹਾਂ। ਪ੍ਰੀਤ ਬਿਨਾ ਕੈਸੇ ਵਧੇ ਸਨੇਹ, ਜਬ ਲਗ ਰਸ ਤਬ ਲਗ ਨਹੀਂ ਨੇਹ। ਜਦੋਂ ਤੱਕ ਸੰਸਾਰੀ ਰਸ ਹੈ, ਭੋਗਾਂ ਵਿੱਚੋਂ ਰਸ ਹੈ, ਖਿੱਚ ਹੈ ਉਹਨਾਂ ਦੇ ਪ੍ਰਤੀ, ਰੱਬ ਦੇ ਪ੍ਰਤੀ ਪ੍ਰੀਤ ਨਹੀਂ ਜੇ ਜਨਮ ਲੈ ਸਕਦੀ। ਤੇ ਇੱਥੋਂ ਤੱਕ ਬਾਣੀ ਕਹਿੰਦੀ ਹੈ ਵੀ ਪ੍ਰੀਤ ਤੋਂ ਬਗੈਰ ਭਗਤੀ ਨਹੀਂ ਜਾਏਗੀ। ਤੇ ਪ੍ਰੀਤ ਦਾ ਜਨਮ ਸਤ ਸੰਗ ਵਿੱਚੋਂ ਹੋਏਗਾ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਉ ਦਾ ਅਰਥ ਹੈ ਪ੍ਰੇਮ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ। ਤੇਰੀ ਭਾਵਨਾ ਪ੍ਰੇਮ ਪ੍ਰੀਤ ਤੋਂ ਬਗੈਰ ਕੋਈ ਰੱਬ ਤੱਕ ਪਹੁੰਚ ਨਹੀਂ ਜੇ ਸਕਿਆ, ਭਗਤੀ ਵਿੱਚੋਂ ਸਫਲ ਨਹੀਂ ਜੇ ਹੋ ਸਕਿਆ। ਮੈਂ ਕਈ ਵਾਰੀ ਕੱਲ ਵੀ ਬੇਨਤੀ ਕੀਤੀ ਸੀ, ਦਾਨੀ ਵੀ ਉਰੇ ਰਹਿ ਜਾਂਦਾ ਹੈ। ਕੁਝ ਦੰਬੜੇ ਦਾਨ ਕਰਕੇ ਦਾਨ ਦਾ ਹੰਕਾਰ ਕਰਨ ਵਾਲਾ, ਆਪਣੇ ਆਪ ਨੂੰ ਦਾਨੀ ਅਕਮਾਉਣ ਵਾਲਾ, ਉਹ ਵੀ ਉਰੇ ਰਹਿ ਜਾਂਦਾ ਹੈ। ਗਿਆਨੀ ਵੀ ਉਰੇ ਰਹਿ ਜਾਂਦਾ ਹੈ, ਕਿਉਂਕਿ ਗਿਆਨ ਦਾ ਮਾਨ ਹੈ। ਮੇਰੇ ਗਿਆਨ ਦੇ ਅੱਗੇ ਕੋਈ ਟਿਕ ਨਹੀਂ ਸਕਦਾ। ਸੁੱਕਾ ਪ੍ਰੀਤ ਤੋਂ ਕੋਰਾ ਗਿਆਨ ਮਨੁੱਖ ਨੂੰ ਹੰਕਾਰੀ ਬਣਾ ਦਿੰਦਾ ਹੈ। ਤਾਂ ਹੀ ਤੇ ਮੇਰੇ ਸਾਹਿਬ ਨੇ ਆਖਿਆ, ਗਿਆਨੀ ਗੁਰ ਬਿਨ ਭਗਤ ਨਾ ਹੋਈ, ਕੋਰੇ ਰੰਗ ਕਦੇ ਨਾ ਚੜ੍ਹੈ, ਜੇ ਲੋਚੈ ਸਭ ਕੋਈ। ਹੁਣ ਗਿਆਨੀ ਨੂੰ ਪ੍ਰੀਤ ਦੀ ਲੋੜ ਹੈ, ਗੁਰੂ ਦੇ ਗਿਆਨ ਵਿੱਚ ਸਮਾਉਣ ਦੀ ਲੋੜ ਹੈ। ਕੋਰਾ ਰੰਗ
ਵਿਕਾਰਾਂ ਦਾ ਰੰਗ ਲਵੇਗਾ, ਕਠੋਰਤਾ ਲਵੇਗੀ, ਅੰਦਰ ਪ੍ਰੇਮ ਜਨਮ ਲਵੇਗਾ ਤੇ ਰੱਬ ਤੱਕ ਪਹੁੰਚੇਗਾ। ਕੋਰਾ ਗਿਆਨ ਵੀ ਮਨੁੱਖ ਨੂੰ ਹੰਕਾਰੀ ਬਣਾ ਦਿੰਦਾ ਹੈ, ਤੇ ਜਿੰਨਾ ਚਿਰ ਅੰਦਰ ਪ੍ਰੀਤ ਨਹੀਂ, ਗਿਆਨ ਦੇ ਨਾਲ ਭਾਵਨਾ ਤੇ ਪ੍ਰੇਮ ਜ਼ਰੂਰ ਜਨਮ ਲੈਣਾ ਚਾਹੀਦਾ ਹੈ। ਤੇ ਇੱਥੇ ਕਹਿ ਰਹੇ ਨੇ ਵੀ ਜਿਵੇਂ ਪ੍ਰੀਤ ਜਿਹੜੀ ਹੈ ਉਸ ਮੋਰ ਦੀ ਉਸ ਬੱਦਲ ਦੇ ਨਾਲ ਹੈ, ਜਾਂ ਪਪੀਹੇ ਦੀ ਸਵਾਂਤੀ ਬੂੰਦ ਨਾਲ ਬੱਦਲ ਨਾਲ ਹੈ, ਇਵੇਂ ਤੇਰੀ ਪ੍ਰੀਤ ਤੇਰੇ ਗੁਰੂ ਨਾਲ ਹੋਣੀ ਚਾਹੀਦੀ। ਫਿਰ ਅੱਗੇ ਕਹਿੰਦੇ ਆ ਜੀ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਪਤੀ ਤੇ ਪਤਨੀ ਦਾ ਬੜਾ ਪਿਆਰ ਹੈ, ਇੰਨਾ ਪਿਆਰ ਆਪਸ ਵਿੱਚ ਬਣ ਜਾਂਦਾ ਹੈ ਕਿ ਹੁਣ ਮਾਂ ਬਾਪ ਦਾ ਅੱਧਾ ਪਿਆਰ ਪਤੀ ਤੇ ਪਤਨੀ ਵਿੱਚ ਵੰਡਿਆ ਗਿਆ। ਇਹ ਵੀ ਕਈ ਵਾਰੀ ਘਰ ਦੇ ਵਿੱਚ ਕਲ ਕਲੇਸ਼ ਦਾ ਕਾਰਨ ਬਣ ਜਾਂਦੇ ਹਨ ਇਹ ਗੱਲਾਂ, ਕਿਉਂਕਿ ਮਾਂ ਜਿੰਨਾ ਚਿਰ ਪੁੱਤਰ ਕੁਆਰਾ ਸੀ ਪੂਰਾ ਹੱਕ ਸੀ ਉਹਦੇ ਉੱਤੇ, ਮਾਂ ਕੋਲ ਆ ਕੇ ਬਹਿੰਦਾ ਸੀ। ਹੁਣ ਪਤੀ ਆਉਂਦਾ ਤੇ ਪਤਨੀ ਉੱਠ ਕੇ ਪਾਣੀ ਦਿੰਦੀ ਹੈ, ਪੁੱਛਦੀ ਹੈ, ਸੁੱਖ ਸ਼ਾਂਤ ਉਹਦੇ ਕੋਲ ਬਹਿੰਦਾ, ਤੇ ਮਾਂ ਨੂੰ ਕਈ ਵਾਰੀ ਦੁਨਿਆਵੀ ਮਾਂ ਨੂੰ ਚਿੜ ਆਉਂਦੀ ਵੀ ਹੁਣ ਮੇਰੇ ਕੋਲ ਨਹੀਂ ਬਹਿੰਦਾ। ਮਾਂ ਨੂੰ ਸਮਝ ਜਾਣਾ ਚਾਹੀਦਾ ਹੈ ਹੁਣ 50-50 ਮੇਰਾ ਪੁੱਤ ਵੰਡਿਆ ਗਿਆ ਹੈ। ਇੱਕ ਘਰ ਹੈ ਕਾਨਪੁਰ ਦੇ ਵਿੱਚ, ਕਿਤੇ ਸੁਣ ਨਾ ਰਹੇ ਹੋਣ, ਕਿਉਂਕਿ ਦਾਸ ਉਹਨਾਂ ਦੀ ਲੜਾਈ ਝਗੜੇ ਵਿੱਚ ਕਈ ਵਾਰੀ ਜਾਂਦਾ ਰਿਹਾ ਹੈ। ਅੱਜ ਤੱਕ ਉਹ ਕੁੜੀ ਨੂੰ ਇਸੇ ਕਰਕੇ ਪਰੇਸ਼ਾਨ ਕਰਦੇ ਨੇ, ਕਈ ਵਾਰੀ ਘਰੋਂ ਕੱਢਿਆ, ਕਈ ਵਾਰੀ ਫੈਸਲੇ ਨੇਤਿਆਂ ਤੱਕ ਕਰਾਏ। ਮਾਂ ਨੂੰ ਇਹੀ ਨਫ਼ਰਤ ਸੀ, ਮੇਰੀ ਨੂੰਹ ਮੇਰੇ ਪੁੱਤ ਕੋਲ ਕਿਉਂ ਬਹਿੰਦੀ ਹੈ, ਪੁੱਤ ਮੇਰੇ ਕੋਲ ਬਵੇ, ਮੇਰੇ ਨਾਲ ਗੱਲਾਂ ਬਾਤਾਂ ਕਰੇ। ਇੱਥੋਂ ਤੱਕ ਕਿ ਉਹ ਆਪਣੇ ਪੋਤਰੀਆਂ ਤੇ ਪੋਤੀ ਦੇ ਵਾਸਤੇ ਕੋਈ ਚੰਗੀ ਚੀਜ਼ ਵੀ ਅਗਰ ਲੈ ਆਵੇ ਪੁੱਤ ਤੇ ਨਫ਼ਰਤ ਕਰਦੀ ਹੈ। ਉਹ ਰਿਸ਼ਤਾ ਹੁਣ ਵੱਡੇ ਵੱਡੇ ਬੱਚੇ ਨੇ, ਉਹ ਕੁੱਟ ਵੀ ਖਾਂਦੀ ਬੱਚੀ, ਪਰ ਨਾਲ ਰਹਿ ਰਹੀ ਮਜਬੂਰੀ ਹੈ। ਉਹ ਕਹਿੰਦੀ ਬੱਚੇ ਛੋਟੇ ਹੁੰਦੀ ਜਾਂ ਨਾ ਹੁੰਦੇ ਤੇ ਮੈਂ ਇੱਕ ਪਲ ਵੀ ਇਸ ਘਰ ਵਿੱਚ ਨਹੀਂ ਸੀ ਰਹਿਣਾ। ਇਹ 50-50 ਪਿਆਰ ਵੰਡਿਆ ਜਾਂਦਾ ਹੈ। ਮਾਂ ਨੂੰ ਸਗੋਂ ਖੁਸ਼ ਹੋਣਾ ਚਾਹੀਦਾ ਹੈ, ਮੇਰੇ ਨੂੰਹ ਦਾ ਮੇਰੇ ਪੁੱਤਰ ਦਾ ਬੜਾ ਆਪਸ ਵਿੱਚ ਪਿਆਰ ਹੈ। ਪਰ ਨਹੀਂ, ਕਿਉਂਕਿ ਗੁਰੂ ਦੀ ਮੱਤ ਕੋਲ ਨਹੀਂ, ਪਿਆਰ ਜਰਿਆ ਨਹੀਂ ਜਾਂਦਾ, ਨਜ਼ਦੀਕਤਾ ਜੜੀ ਨਹੀਂ ਜਾਂਦੀ। ਉਹ ਸੋਚਦੀ ਮੇਰੇ ਪੁੱਤਰ ਨੂੰ ਕਬਜ਼ੇ ਵਿੱਚ ਕਰ ਲਿਆ, ਜਨਾਨੀ ਦਾ ਹੀ ਹੋ ਕੇ ਰਹਿ ਗਿਆ। ਇਹ ਗੱਲਾਂ ਤੁਸੀਂ ਕਈ ਵਾਰੀ ਜਦੋਂ ਆਪਸ ਵਿੱਚ ਦੋ ਸੱਸਾਂ ਬੈਠੀਆਂ ਹੋਣਗੀਆਂ ਨਾ, ਚੁਗਲੀਆਂ ਕਰ ਰਹੀਆਂ ਹੋਣਗੀਆਂ, ਨਿੰਦਿਆਂ ਕਰ ਰਹੀਆਂ ਹੋਣਗੀਆਂ, ਬਸ ਜਨਾਨੀ ਜੋਗਾ ਹੀ ਹੈ, ਸਾਡੇ ਜੋਗਾ ਨਹੀਂ ਹੈਗਾ। ਸੋ ਨਹੀਂ ਗੁਰਮੁਖੋ, ਸੱਚੀ ਪ੍ਰੀਤ ਜਦੋਂ ਅੰਦਰ ਜਨਮ ਲੈਂਦੀ ਹੈ ਨਾ, ਤੇ ਭਾਈ ਸਾਹਿਬ ਜੀ ਇੱਥੇ ਕਹਿ ਰਹੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਕਹਿੰਦੇ ਨੇ ਭਰਤਾ ਨਾਲ ਇਸਤਰੀ ਦਾ ਜਿਹੜਾ ਮੋਹ ਹੈ ਔਰ ਮਾਂ ਨਾਲ ਪੁੱਤਰ ਦਾ ਜੋ ਮੋਹ ਹੁੰਦਾ ਹੈ, ਇਹੋ ਜਿਹੀ ਪ੍ਰੀਤ ਤੂੰ ਗੁਰੂ ਨਾਲ ਪਾ। ਜੇ ਗੁਰੂ ਨਾਲ ਪ੍ਰੀਤ ਪਾ ਲਏਗਾ, ਫਿਰ ਸੱਸ ਮਾਂ ਪੁੱਤ ਦੇ ਨੂੰਹ ਦੇ ਪਿਆਰ ਤੋਂ ਨਫ਼ਰਤ ਨਹੀਂ ਕਰੇਗੀ, ਤੇ ਨੂੰਹ ਮਾਂ ਪੁੱਤ ਦੇ ਪਿਆਰ ਤੋਂ ਨਫ਼ਰਤ ਨਹੀਂ ਕਰੇਗੀ। ਗੁਰੂ ਜੀ ਸਾਡੇ ਸਮਾਜਿਕ ਰਿਲੇਸ਼ਨ ਕਿਵੇਂ ਸਵਾਰਦੇ ਆ, ਇੱਕ ਇੱਕ ਪੰਕਤੀ ਸਾਨੂੰ ਬਾਹਰੀ ਤਲ ਤੇ ਸਮਾਜਿਕ ਤਲ ਤੇ, ਇਹਨੂੰ ਤੇ ਕਹਿੰਦੇ ਇਨਸਾਨੀਅਤ ਵਾਲਾ ਜੀਵਨ ਜਿਉਣਾ। ਸਾਨੂੰ ਗੁਰੂ ਮਹਾਰਾਜ ਜੀ ਉਹ ਇਨਸਾਨ ਬਣਾਉਣਾ ਚਾਹੁੰਦੇ ਆ ਜਿਹੜਾ ਸਾਰੇ ਦੇਵੀ ਗੁਣਾਂ ਦਾ ਮਾਲਕ ਹੋਵੇ, ਉੱਚੀਆਂ ਕਦਰਾਂ ਕੀਮਤਾਂ ਦਾ ਮਾਲਕ ਹੋਵੇ, ਜਿਹੜਾ ਚੰਗੇ ਆਦਰਸ਼ ਸਮਾਜ ਨੂੰ ਸਿਰਜ ਸਕੇ, ਇੱਕ ਥੰਮ ਬਣ ਸਕੇ। ਭਾਈ ਸਾਹਿਬ ਜੀ ਵੀ ਆਪਣਾ ਯੋਗਦਾਨ ਪਾ ਰਹੇ ਨਾ ਪੌੜੀਆਂ ਦੇ ਰਾਹੀਂ, ਤੇ ਗੁਰੂ ਵੀ ਪਾਉਂਦਾ ਹੈ। ਅੱਗੇ ਫਿਰ ਕਹਿੰਦੇ ਆ ਵੀ ਇਹ ਤੇ ਚਲੋ ਪ੍ਰੀਤ ਮੈਂ ਦੁਨਿਆਵੀ ਬਿਆਨ ਕੀਤੀ ਆ। ਕਹਿੰਦੇ ਪੀਰ ਮੁਰੀਦਾ ਪਿਰਹੜੀ ਉਹ ਨਿਭ ਹੈ ਨਾਲੇ। ਕਹਿੰਦੇ ਇਸੇ ਤਰ੍ਹਾਂ ਬਾਕੀ ਦੇ ਜਿਹੜੀਆਂ ਪ੍ਰੀਤਾਂ ਕਹਿੰਦੇ ਮੈਂ ਬਿਆਨ ਕੀਤੀਆਂ ਨੇ, ਉਹ ਸਦੀਵੀ ਤੌਰ ਤੇ ਨਿਭਣ ਵਾਲੀਆਂ ਨਹੀਂ ਨੇ, ਸਦੀਵੀ ਸਾਥ ਦੇਣ ਵਾਲੀਆਂ ਨਹੀਂ। ਸ਼ਾਮ ਨੂੰ ਸੂਰਜ ਨੇ ਉਸ ਪ੍ਰੀਤ ਕਰਨ ਵਾਲੀ ਚੱਕਵੀ ਤੋਂ ਦੂਰ ਹੋਣਾ ਹੀ ਹੋਣਾ ਹੈ। ਸਵੇਰੇ ਚੰਦਰਮਾ ਨੇ ਉਹਨੂੰ ਕਰਵਟ ਦੇਣੀ ਹੀ ਦੇਣੀ ਹੈ ਚਕੋਰ ਨੂੰ। ਤੇ ਪਤੀ ਤੇ ਪਤਨੀ ਦਾ ਪਿਆਰ ਘੱਟੋ ਘੱਟ ਮੌਤ ਤੇ ਆਪਸ ਵਿੱਚ ਇਹਨਾਂ ਦਾ ਵਿਛੋੜਾ ਪਾ ਹੀ ਦਿੰਦੀ ਹੈ ਨਾ। ਇਹ ਪ੍ਰੀਤਾਂ ਸਦੀਵੀ ਸਾਥ ਨਹੀਂ ਦਿੰਦੀਆਂ। ਜਿਹੜੀ ਰੱਬ ਦੀ ਪ੍ਰੀਤ ਹੈ, ਕਹਿੰਦੇ ਪੀਰ ਮੁਰੀਦਾ ਪਿਰਹੜੀ ਉਹ ਨਿਭ ਹੈ ਨਾਲੇ। ਹੁਣ ਬੱਦਲ ਦੀ ਤੇ ਮੋਰ ਦੀ ਜਿਹੜੀ ਪ੍ਰੀਤ ਹੈ, ਕੁਝ ਚੰਦ ਮਿੰਟ, ਕੁਝ ਘੰਟੇ, ਕੁਝ ਘੜੀਆਂ ਬੱਦਲ ਆਂਦਾ ਹੈ ਤੇ ਬੱਦਲ ਮੀਂਹ ਮਰਸਾ ਕੇ ਚਲਿਆ ਜਾਂਦਾ ਹੈ, ਫਿਰ ਮੋਰ ਨੂੰ ਉਡੀਕਣਾ ਪੈਂਦਾ, ਹੁਣ ਕਰੋ ਬੱਦਲ ਆਏਗਾ। ਪਰ ਰੱਬ ਜੀ ਦੇ ਨਾਲ ਜਦੋਂ ਪ੍ਰੀਤ ਬਣ ਗਈ, ਗੁਰੂ ਦੇ ਚਰਨਾਂ ਨਾਲ ਜਦੋਂ ਸਾਂਝ ਬਣਦੀ, ਐਸੀ ਪੱਕੀ ਡੋਰ,
ਇਹ ਵੱਜਦੀ ਹੈ ਸਿੱਖ ਦੀ ਤੇ ਗੁਰੂ ਦੀ, ਆਰਾ ਵੀ ਉੱਤੇ ਚੱਲ ਜਾਂਦਾ ਹੈ, ਪਰ ਸਿੱਖ ਦੇ ਨਾਲੋਂ ਪ੍ਰੀਤ ਨਹੀਂ ਟੁੱਟਦੀ। ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋਤਨ ਚੀਰੈ ਅੰਗ ਨਾ ਮੋਰੋ, ਪਿੰਡ ਪਰੈ ਤਉ ਪ੍ਰੀਤ ਨਾ ਛੋੜੋ। ਰੰਬੀਆਂ ਚੱਲ ਜਾਂਦੀਆਂ ਨੇ, ਸਿੱਖ ਦਾ ਗੁਰੂ ਨਾਲ ਪਿਆਰ ਨਹੀਂ ਘਟਦਾ। ਬੰਦ ਕੱਟੇ ਜਾਂਦੇ ਨੇ, ਸਿੱਖ ਗੁਰੂ ਦੀ ਸਿੱਖੀ ਨੂੰ ਨਹੀਂ ਛੱਡਦਾ। ਇਹ ਹੈ ਪ੍ਰੀਤ, ਸੱਚੀ ਪ੍ਰੀਤ। ਇਹ ਪ੍ਰੀਤ ਸਿੱਧਾ ਰੱਬ ਘਰ ਲੈ ਜਾਂਦੀ ਹੈ, ਰੱਬ ਦਾ ਰੂਪ ਬਣਾ ਦਿੰਦੀ ਹੈ। ਕਹਿੰਦੇ ਇਹ ਪ੍ਰੀਤ ਪਾ ਪਈ, ਨਾਸ਼ਵਾਨ ਪ੍ਰੀਤ ਦੇ ਵਿੱਚ ਇੰਨਾ ਖਚਤ ਨਾ ਹੋ। ਠੀਕ ਹੈ, ਸੰਸਾਰ ਪਰਿਵਾਰ ਨਾਲ ਪ੍ਰੇਮ ਹੋਣਾ ਚਾਹੀਦਾ ਤੇਰਾ, ਪਰ ਰੱਬ ਨਾਲ ਵੀ ਪ੍ਰੀਤ ਪਾ ਨਾ, ਜਿੰਨੇ ਪਰਿਵਾਰ ਦਿੱਤਾ, ਬੱਚੇ ਦਿੱਤੇ, ਪਦਾਰਥ ਦਿੱਤੇ। ਕਹਿੰਦੇ ਪੀਰ ਮਰੀਦਾ ਪਿਰਹੜੀ ਉਹ ਨਿਭੈ ਨਾਲੇ। ਇਸ ਦੀ ਵੀ ਪ੍ਰੀਤ ਤੈਨੂੰ ਰੱਬ ਦੇ ਘਰ ਨਾਲ ਜੋੜੇਗੀ, ਸੁੱਖ ਦੇਵੇਗੀ, ਆਤਮਿਕ ਆਨੰਦ ਦੇਵੇਗੀ, ਵਿਛੋੜੇ ਦਾ ਦੁੱਖ ਅਹਿਸਾਸ ਨਹੀਂ ਹੋਣ ਦੇਵੇਗੀ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ। ਭੁੱਲ ਗਲਤੀ ਦੀ ਖੇਮਾ, ਬਾਕੀ ਦੇ ਬੰਦ ਆਪਾਂ ਅਗਲੇ ਦੀਵਾਨਾਂ ਵਿੱਚ ਵਿਚਾਰਾਂਗੇ ਜੀ।